ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਤੀਰਥ ਛੱਡ ਕੇ 68 ਤੀਰਥ ਨਾਵਣ ਜਾਹੀ। ਬਗੁਲ ਸਮਾਧ ਲਗਾਏ ਕੈ ਜਿਉ ਜਲ ਜੰਤਾ ਘੁੱਟ ਘੁੱਟ ਖਾਹੀ। ਹਸਤੀ ਨੀਰ ਨਵਾਲੀਆਂ ਬਾਹਰ ਨਿਕਲ ਖੇਹ ਉਡਾਹੀ। ਨਦੀ ਨ ਡੁੱਬੈ ਤੂੰਬੜੀ ਤੀਰਥ ਵਿਸ ਨਿਵਾਰੈ ਨਾਹੀ। ਪੱਥਰ ਨੀਰ ਪਖਾਲੀਐ ਚਿੱਤ ਕਠੋਰ ਨ ਭਿੱਜੈ ਕਾਹੀ। ਮਨ ਮੁਖ ਭਰਮ ਨ ਉਤਰੈ ਭੰਬਲ ਭੂਸੇ ਖਾਏ ਭਵਾਹੀ। ਗੁਰ ਪੂਰੇ ਵਿਣ ਪਾਰ ਨ ਪਾਹੀ। ਗੁਰ ਪੂਰੇ ਵਿਣ ਪਾਰ ਨ ਪਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ 15ਵੀਂ ਵਾਰ ਦੀ 10ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਦੇ ਹੈ ਕਿ ਜਿਹੜੇ ਸੰਸਾਰੀ ਲੋਕ ਹਨ ਸੱਚਾ ਗੁਰੂ ਤੀਰਥ ਨੂੰ ਛੱਡ ਕੇ ਹੋਰ ਥਾਵਾਂ 'ਤੇ ਭਟਕਦੇ ਫਿਰਦੇ ਹੈ। 68 ਤੀਰਥਾਂ 'ਤੇ ਨਹਾਉਣ ਜਾਂਦੇ ਹੈ। ਜਦੋਂ ਤੱਕ ਇਹ ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕਰੇਗਾ ਉਦੋਂ ਤੱਕ ਇਹਦੇ ਮਨ ਦੇ ਵਿੱਚ ਲੱਗੀ ਹੋਈ ਪਾਪਾਂ ਦੀ ਮੈਲ ਕਦੇ ਵੀ ਦੂਰ ਨਹੀਂ ਹੋ ਸਕਦੀ। ਸਤਿਗੁਰੂ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜੇ ਗੁਰੂ ਦੀ ਸਿੱਖਿਆ ਨੂੰ ਛੱਡ ਕੇ ਹੋਰ ਥਾਵਾਂ ਵੱਲ ਜਾਂਦੇ ਹੈ, ਭਟਕਦੇ ਹੈ, ਉਹਨਾਂ ਦਾ ਮਨ ਕਦੇ ਵੀ ਸਥਿਰ ਨਹੀਂ ਹੁੰਦਾ ਅਤੇ ਨਾ ਹੀ ਉਹਨਾਂ ਦੇ ਮਨ ਦੇ ਵਿੱਚੋਂ ਪਾਪਾਂ ਦੀ ਮੈਲ ਦੂਰ ਹੁੰਦੀ ਹੈ। ਉਹਨਾਂ ਦਾ ਮਨ ਸਦਾ ਮੈਲਾ ਰਹਿੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਹਨ ਬਿਲਾਵਲ ਰਾਗ ਦੇ ਵਿੱਚ। ਤੀਰਥ ਕਰੈ ਬ੍ਰਤ ਫੁਨ ਰਾਖੈ ਨਹਿ ਮਨੁਆ ਬਸ ਜਾ ਕੋ ਨਿਹਫਲ ਧਰਮ ਤਾਹੇ ਤੁਮ ਮਾਨਹੁ ਸਾਚ ਕਹਿਤ ਮੈਂ ਆਖੋ। ਧੰਨ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹੈ ਤੀਰਥਾਂ 'ਤੇ ਵੀ ਜਾਂਦਾ ਹੈ, ਵਰਤ ਵੀ ਰੱਖਦਾ ਹੈ, ਪਰ ਬੰਦਗੀ ਨਹੀਂ ਕਰਦਾ, ਜਿਸ ਕਰਕੇ ਉਹਦਾ ਮਨ ਕਦੇ ਵੱਸ ਵਿੱਚ ਨਹੀਂ ਆਉਂਦਾ।
ਉਹਦੇ ਕੀਤੇ ਹੋਏ ਉਹ ਕਰਮ ਧਰਮ ਸਾਰੇ ਨਿਸ਼ਫਲ ਚਲੇ ਜਾਂਦੇ ਹੈ। ਇਹ ਗੱਲ ਸੱਚੀ ਹੈ। ਜੈਸੇ ਪਾਹਨ ਜਲ ਮਹਿ ਰਾਖਿਓ, ਭੇਦੈ ਨਾਹੇ ਤਿਹ ਪਾਨੀ। ਤੈਸੇ ਹੀ ਤੁਮ ਤਾਹੇ ਪਛਾਨਹੁ, ਭਗਤਹੀਨ ਜੋ ਪ੍ਰਾਨੀ। ਮਹਾਰਾਜ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹੈ ਕਿ ਪੱਥਰ ਨੂੰ ਪਾਣੀ ਵਿੱਚ ਰੱਖੋ, ਪੱਥਰ 'ਤੇ ਕੋਈ ਅਸਰ ਨਹੀਂ। ਜਿੰਨਾ ਚਿਰ ਮਰਜ਼ੀ ਪੱਥਰ ਪਾਣੀ ਵਿੱਚ ਪਿਆ ਰਹੇ, ਉਹ ਭਿੱਜਦਾ ਨਹੀਂ। ਕਹਿੰਦੇ ਇਸੇ ਤਰ੍ਹਾਂ ਭਗਤੀ ਤੋਂ ਬਿਨਾਂ ਜਿਹੜੇ ਪ੍ਰਾਣੀ ਹਨ, ਉਹ ਪੱਥਰ ਵਰਗੇ ਕਠੋਰ ਮਨ ਵਾਲੇ ਹੈ। ਵਾਹਿਗੁਰੂ ਦੀ ਬੰਦਗੀ ਕਰਕੇ ਹੀ ਮਨ ਭਿੱਜਣਾ ਹੈ, ਸਫਲ ਹੋਣਾ ਹੈ, ਅਤੇ ਬੰਦਗੀ ਕਰਦੇ ਨਹੀਂ, ਹੋਰ ਕਰਮ ਧਰਮ ਕਰਦੇ ਹੈ। ਗੁਰੂ ਸਭ ਤੋਂ ਵੱਡਾ ਤੀਰਥ ਹੈ, ਪਰ ਗੁਰੂ ਤੀਰਥ ਨੂੰ ਛੱਡ ਕੇ ਲੋਕ ਬਾਹਰ ਦੇ ਤੀਰਥਾਂ 'ਤੇ ਭਟਕਦੇ ਹੈ, ਅਤੇ ਫਿਰ ਬਾਹਰ ਦੇ ਤੀਰਥਾਂ 'ਤੇ ਜਾ ਕੇ ਵੀ ਹੰਕਾਰੀ ਹੋ ਜਾਂਦੇ ਹੈ। ਮਨ ਵਿੱਚ ਹੰਕਾਰ ਹੁੰਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਸ੍ਰੀ ਰਾਗ ਦੇ ਵਿੱਚ, ਤੀਰਥ ਨਾਤਾ ਕਿਆ ਕਰੇ, ਮਨ ਮਹਿ ਮੈਲ ਗੁਮਾਨ। ਤੀਰਥ ਦੇ ਉੱਤੇ ਨਹਾਤਾ ਹੋਇਆ ਕੀ ਕਰੇਗਾ, ਮਨ ਦੇ ਵਿੱਚ ਤਾਂ ਹੰਕਾਰ ਦੀ ਮੈਲ ਹੈ। ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਗੁਰੂ ਤੋਂ ਬਿਨਾਂ ਕਦੇ ਸੋਝੀ ਨਹੀਂ ਮਿਲਦੀ। ਸੋ ਇਸ ਲਈ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣਾ ਹੈ। ਅਤੇ ਸਤਿਗੁਰੂ ਤੇਗ ਬਹਾਦਰ ਜੀ ਦੇ ਬਚਨ ਅਸੀਂ ਸ਼ਲੋਕਾਂ ਵਿੱਚ ਪੜ੍ਹਦੇ ਹਾਂ, ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਤੀਰਥ ਇਸ਼ਨਾਨ ਕਰਦਾ ਹੈ, ਵਰਤ ਰੱਖਦਾ ਹੈ, ਦਾਨ ਕਰਦਾ, ਪਰ ਮਨ ਵਿੱਚ ਹੰਕਾਰ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਇਸ ਤਰ੍ਹਾਂ ਉਹਦੇ ਕੀਤੇ ਸਾਰੇ ਨਿਸ਼ਫਲ ਚਲੇ ਜਾਂਦੇ ਆ, ਜਿਵੇਂ ਹਾਥੀ ਦਾ ਨਹਾਉਣਾ ਨਿਸ਼ਫਲ ਹੈ। ਜਿਉਂ ਕੁੰਚਰ ਇਸ਼ਨਾਨ, ਹਾਥੀ ਨੂੰ ਨਵਾਓ, ਬਾਹਰ ਨਿਕਲ ਕੇ ਫਿਰ ਉਹ ਆਪਣੇ ਤਨ ਦੇ ਉੱਤੇ ਖੇ ਮਿੱਟੀ ਪਾ ਲੈਂਦਾ ਹੈ, ਦੂਣੀ ਮਿੱਟੀ ਹੋਰ ਉਹ ਆਪਣੇ ਤਨ 'ਤੇ ਪਾਉਂਦਾ ਹੈ। ਮਨ ਦਾ ਸੁਭਾਅ ਜਿਹੜਾ ਹੈ ਅਵੈੜਾ, ਇਹ ਸ਼ਬਦ ਦੇ ਨਾਲ ਹੀ ਸੁਧਰੇਗਾ। ਤੋ ਮਨ ਨੂੰ ਸਾਧਣ ਵਾਸਤੇ ਗੁਰੂ ਦਾ ਸ਼ਬਦ, ਗੁਰੂ ਕੀ ਬਾਣੀ, ਪ੍ਰਭੂ ਨਾਮ ਦਾ ਸਿਮਰਨ ਹੈ। ਸੋ ਇਸ ਲਈ ਸੱਚਾ ਤੀਰਥ ਹੈ ਗੁਰੂ, ਅਤੇ ਗੁਰੂ ਤੀਰਥ ਦੇ ਵਿੱਚ ਸਿੱਖ ਨੇ ਇਸ਼ਨਾਨ ਕਰਨਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ 10ਵੀਂ ਪੌੜੀ ਵਿੱਚ ਸਾਨੂੰ ਸਮਝਾ ਰਹੇ ਹੈ, ਸਤਿਗੁਰ ਤੀਰਥ ਛੱਡ ਕੇ 68 ਤੀਰਥ ਨਾਵਣ ਜਾਹੀ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਲੋਕਾਂ ਵੱਲ ਵੇਖਦੇ ਆ ਨਾ, ਸੰਸਾਰ ਦੇ ਲੋਕਾਂ ਵੱਲ ਨਜ਼ਰ ਮਾਰਦੇ ਆ, ਤਾਂ ਲੋਕੀ ਕੀ ਕਰਦੇ ਐ, ਸਤਿਗੁਰੂ ਤੀਰਥ ਨੂੰ ਛੱਡ ਕੇ, ਸੱਚੇ ਗੁਰੂ ਨੂੰ ਛੱਡ ਕੇ, ਸਮਰੱਥ ਗੁਰੂ ਨੂੰ, ਗੁਰੂ ਹੀ ਤੀਰਥ ਹੈ। ਗੁਰਬਾਣੀ ਦਾ ਮਹਾਰਾਜ ਦਾ ਬਚਨ ਹੈ, ਤੀਰਥ ਪੂਰਾ ਸਤਿਗੁਰੂ, ਜੋ ਅਨ ਦਿਨ ਹਰ ਹਰ ਨਾਮ ਧਿਆਏ। ਹਜ਼ੂਰ ਜੀ ਕਹਿੰਦੇ ਨੇ ਪੂਰਾ ਸਤਿਗੁਰੂ ਇਹ ਸੱਚਾ ਤੀਰਥ ਹੈ, ਜੋ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ। ਅਤੇ ਐਸੇ ਸੱਚੇ ਤੀਰਥ ਨੂੰ ਛੱਡ ਕੇ ਲੋਕੀ 68 ਤੀਰਥ ਨਾਵਣ ਜਾਹੀ, ਬਾਹਰ ਦੇ ਜਿਹੜੇ 68 ਤੀਰਥ ਹਨ ਉਹਨਾਂ 'ਤੇ ਨਹਾਉਣ ਜਾਂਦੇ ਹੈ। ਹਿੰਦੁਸਤਾਨ ਦੀ ਧਰਤੀ 'ਤੇ 68 ਤੀਰਥ ਮੰਨੇ ਗਏ ਹੈ, 68, 1-2 ਨਹੀਂ। ਔਰ ਸਨਾਤਨ ਮੱਤ ਵਾਲੇ ਉਹਨਾਂ 'ਤੇ ਜਾਂਦੇ ਹੈ, ਨਹਾਉਂਦੇ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਬੰਦਗੀ ਨਹੀਂ, ਸਿਮਰਨ ਨਹੀਂ, ਤੀਰਥਾਂ 'ਤੇ ਜਾਣ ਦਾ ਲਾਭ ਕੀ ਹੈ। ਸਤਿਗੁਰੂ ਗਏ ਹੈ ਤੀਰਥਾਂ 'ਤੇ, ਪਰ ਤੀਰਥਾਂ ਦੀ ਪੁਕਾਰ ਸੀ, ਉੱਥੇ ਲੋਕਾਂ ਦਾ ਇਕੱਠ ਸੀ, ਉਹਨਾਂ ਨੂੰ ਸਿੱਖਿਆ ਦਿੱਤੀ ਜਾ ਕੇ ਮਹਾਰਾਜ ਨੇ। ਅਤੇ ਸਤਿਗੁਰੂ ਦਾ ਸਿੱਖਿਆ ਦੇਣ ਦਾ ਢੰਗ ਬੜਾ ਵੱਖਰਾ ਹੁੰਦਾ ਸੀ। ਮਹਾਰਾਜ ਸਮਝਾਉਂਦੇ ਸੀ, ਨਾਮ ਜਪੋ,
ਸੋ ਸਤਿਗੁਰੂ ਤੀਰਥ ਨੂੰ ਛੱਡ ਕੇ ਲੋਕੀ 68 ਤੀਰਥਾਂ 'ਤੇ ਨਹਾਉਣ ਜਾਂਦੇ ਹੈ। ਬਗੁਲ ਸਮਾਧ ਲਗਾਏ ਕੈ, ਜਿਉਂ ਜਲ ਜਨਤਾ ਘੁੱਟ ਘੁੱਟ ਖਾਹੀ। ਫਿਰ ਉੱਥੇ ਤੀਰਥਾਂ 'ਤੇ ਜਾ ਕੇ ਬਗਲੇ ਵਰਗੀ ਸਮਾਧੀ ਲਾ ਲੈਂਦੇ ਹੈ। ਜਿਵੇਂ ਬਗਲ ਸਮਾਧੀ ਪਤਾ ਕਿਹਨੂੰ ਕਹਿੰਦੇ ਆ? ਬਗਲਾ ਪਾਣੀ ਦੇ ਵਿੱਚ ਖੜ ਕੇ ਨਾ ਇੱਕ ਲੱਤ ਆਪਣੀ ਉੱਪਰ ਚੁੱਕ ਲੈਂਦਾ ਹੈ, ਅੱਖਾਂ ਉਹਦੀਆਂ ਥੋੜ੍ਹੀਆਂ ਜਿਹੀਆਂ ਬੰਦ ਹੁੰਦੀਆਂ, ਇਉਂ ਲੱਗਦਾ ਜਿਵੇਂ ਉਹ ਸਮਾਧੀ ਲਾਈ ਹੈ। ਅਤੇ ਜਦੋਂ ਕੋਈ ਡੱਡੀ ਮੱਛੀ ਨੇੜੇ ਆਉਂਦੀ ਹੈ ਝੱਟ ਹੀ ਉਹਨੂੰ ਖਾ ਜਾਂਦਾ ਹੈ। ਮਤਲਬ ਜਿਹੜਾ ਬਗਲਾ ਹੈ ਉਹ ਛਲ ਕਪਟ ਪਖੰਡ ਕਰਨ ਵਾਲਾ ਹੈ। ਭਾਈ ਗੁਰਦਾਸ ਜੀ ਕਹਿੰਦੇ ਫਿਰ ਇਕੱਲਾ ਤੀਰਥਾਂ 'ਤੇ ਜਾ ਕੇ ਉਹ ਪਤਾ ਕੀ ਕਰਦੇ ਹੈ? ਉਹ ਬਗਲੇ ਵਰਗੀ ਸਮਾਧੀ ਲਾਉਂਦੇ, ਉੱਥੇ ਪਖੰਡ ਕਰਦੇ ਜਾ ਕੇ। ਜਿਉਂ ਜਲ ਜਨਤਾ ਘੁੱਟ ਘੁੱਟ ਖਾਹੀ, ਜਿਵੇਂ ਬਗਲਾ ਜਲ ਦੇ ਜਿਹੜੇ ਜੰਤੂ ਹੁੰਦੇ ਉਹਨਾਂ ਨੂੰ ਫੜ ਫੜ ਕੇ ਖਾਂਦਾ ਹੈ, ਇਸੇ ਤਰ੍ਹਾਂ ਜਿਹੜੇ ਤੀਰਥਾਂ 'ਤੇ ਲੋਕ ਆਉਂਦੇ ਹੈ ਨਾ, ਉਹਨਾਂ ਨੂੰ ਫਿਰ ਉਹ ਫੜ ਫੜ ਕੇ ਖਾਂਦੇ ਹੈ, ਉਹਨਾਂ ਨੂੰ ਲੁੱਟਦੇ ਹੈ। ਧਨ ਪੈਸਾ ਕਿਸ ਤਰ੍ਹਾਂ ਇਹਨਾਂ ਦਾ ਲੁੱਟਿਆ ਜਾਵੇ, ਇਹਨਾਂ ਦੀਆਂ ਜੇਬਾਂ ਵਿੱਚੋਂ ਕਢਾਇਆ ਜਾਵੇ, ਐਸੇ ਪਖੰਡ ਕਰਦੇ ਹੈ। ਬਗਲਿਆਂ ਵਰਗੀਆਂ ਸਮਾਧੀਆਂ ਲਾ ਕੇ ਤੀਰਥਾਂ 'ਤੇ ਬਹਿ ਜਾਂਦੇ ਹੈ, ਲੋਕ ਪੂਜਦੇ ਹੈ, ਪਰ ਮਨ ਉਹਨਾਂ ਦੇ ਮੈਲੇ ਹੁੰਦੇ ਹੈ। ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ, ਦੋਏ ਭਾ ਚੜ੍ਹੀਅਸ ਹੋਰ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਪਾਤਸ਼ਾਹ ਜੀ ਕਹਿੰਦੇ ਤੀਰਥਾਂ 'ਤੇ ਨਹਾਉਣ ਤੁਰ ਪਏ, ਮਨ ਖੋਟੇ ਨੇ ਅਤੇ ਸਰੀਰ ਦੇ ਵਿੱਚ ਵੀ ਕਾਮ ਆਦਿਕ ਦੇ ਚੋਰ ਵਿਆਪਦੇ ਪਏ ਨੇ। ਕਾਮ ਦਾ ਚੋਰ ਸਰੀਰ ਵਿੱਚ ਹੈ, ਮਨ ਵਿੱਚ ਖੋਟ ਹੈ। ਤੀਰਥਾਂ 'ਤੇ ਜਾ ਕੇ ਵੀ ਮੈਲੀ ਨਜ਼ਰ ਰੱਖਦਾ ਹੈ, ਮਨ ਵਿੱਚ ਮੈਲ ਰੱਖਦਾ ਹੈ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ, ਦੋਏ ਭਾ ਚੜ੍ਹੀਅਸ ਹੋਰ। ਕਹਿੰਦੇ ਇੱਕ ਪਾਪ ਲੱਥਾ ਅਤੇ ਦੋ ਹੋਰ ਚਾੜ ਲਏ। ਮਨ ਵਿੱਚ ਮੈਲ ਰੱਖਦਾ ਹੈ। ਸੋ ਇਸ ਲਈ ਸਾਧ ਭਲੇ ਅਣਨਾਥਿਆਂ, ਜਿਨ੍ਹਾਂ ਨੇ ਮਨ ਨੂੰ ਸਾਧਿਆ, ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੂੰ ਤੀਰਥ ਦੇ ਇਸ਼ਨਾਨ ਦੀ ਲੋੜ ਨਹੀਂ। ਉਹ ਤੀਰਥਾਂ ਦੇ ਇਸ਼ਨਾਨ ਤੋਂ ਬਿਨਾਂ ਹੀ ਭਲੇ ਹਨ, ਚੰਗੇ ਹਨ। ਚੋਰ ਸੇ ਚੋਰਾਂ ਚੋਰ, ਅਤੇ ਚੋਰਾਂ ਨੇ ਤੀਰਥਾਂ 'ਤੇ ਜਾ ਕੇ ਵੀ ਚੋਰ ਰਹਿਣਾ ਅਤੇ ਇੱਥੇ ਵੀ ਚੋਰ ਹੀ ਰਹਿਣਾ। ਇਹ ਨਹੀਂ ਵੀ ਚੋਰ ਤੀਰਥ 'ਤੇ ਜਾ ਕੇ ਨਹਾ ਲਵੇਗਾ ਅਤੇ ਚੋਰ ਜਿਹੜਾ ਉਹ ਸਾਧ ਬਣ ਜਾਏਗਾ। ਸਤਿਗੁਰੂ ਕਹਿੰਦੇ ਨਹੀਂ, ਉਹਨੇ ਤੀਰਥ 'ਤੇ ਉੱਥੇ ਵੀ ਚੋਰ ਹੀ ਰਹਿਣਾ, ਉੱਥੇ ਵੀ ਉਹਨੇ ਚੋਰੀ ਕਰਨੀ। ਆਪਾਂ ਵੇਖਦੇ ਨਹੀਂ ਤੀਰਥਾਂ 'ਤੇ ਵੀ ਲੋਕਾਂ ਦਾ ਸਾਜੋ ਸਮਾਨ ਚੋਰੀ ਹੋ ਜਾਂਦਾ ਹੈ, ਪੈਸੇ ਚੋਰੀ ਹੋ ਜਾਂਦੇ, ਮੋਬਾਈਲ ਚੋਰੀ ਹੋ ਜਾਂਦੇ ਆ। ਚੋਰ ਉੱਥੇ ਦੇ ਹਰਲ ਹਰਲ ਕਰਦੇ ਫਿਰਦੇ ਆ। ਚੋਰ ਨੇ ਚੋਰ ਹੀ ਰਹਿਣਾ, ਜਿੱਥੇ ਮਰਜ਼ੀ ਚਲਿਆ ਜਾਵੇ। ਅਤੇ ਸਾਧ ਜਿਹੜਾ ਹੈ ਉਹ ਇੱਥੇ ਵੀ ਸਾਧੂ ਅਤੇ ਉੱਥੇ ਵੀ ਸਾਧੂ ਹੈ। ਉਹ ਜਿੱਥੇ ਮਰਜ਼ੀ ਹੋਵੇ ਉਹ ਸਾਧ ਹੀ ਹੈ, ਉਹ ਭਲਾ ਪੁਰਸ਼ ਹੀ ਹੈ, ਮਨ ਨੂੰ ਸਾਧਿਆ ਹੈ ਉਸਨੇ। ਸੋ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਤੀਰਥਾਂ 'ਤੇ ਜਾਂਦੇ ਹੈ, ਬਗਲਿਆਂ ਵਰਗੀਆਂ ਸਮਾਧੀਆਂ ਲਾ ਕੇ ਲੋਕਾਂ ਨੂੰ ਲੁੱਟ ਲੁੱਟ ਖਾਂਦੇ ਹੈ। ਹਸਤੀ ਨੀਰ ਨਵਾਲੀ ਅਨ, ਬਾਹਰ ਨਿਕਲ ਖੇਹ ਉਡਾਹੀ। ਹੁਣ ਤੀਜੀ ਉਦਾਹਰਣ ਦਿੰਦੇ ਆ, ਕਹਿੰਦੇ ਜਿਵੇਂ ਹਾਥੀ ਨੂੰ ਪਾਣੀ ਦੇ ਨਾਲ ਨਵਾਓ, ਉਹਨੂੰ ਸਾਫ ਸੁਥਰਾ ਕਰੋ, ਪਰ ਉਹ ਪਾਣੀ ਤੋਂ ਬਾਹਰ ਨਿਕਲ ਕੇ ਖੇਹ ਉਡਾ ਕੇ ਆਪਣੇ ਸਰੀਰ ਦੇ ਉੱਤੇ ਪਾ ਲੈਂਦਾ ਹੈ, ਫਿਰ ਉਹ ਲਿਬੜ ਜਾਂਦਾ ਹੈ। ਹਾਥੀ ਦਾ ਉਹ ਨਵਾਇਆ ਨਾ ਨਵਾਇਆ ਇੱਕ ਬਰਾਬਰ ਹੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਤੀਰਥ 'ਤੇ ਜਾਣ ਵਾਲੇ ਲੋਕਾਂ ਦਾ ਹਾਲ ਹੈ। ਤੀਰਥ 'ਤੇ ਨਹਾ ਕੇ ਉਹਨਾਂ ਨੇ ਕਿਹੜਾ ਬਚ ਸੁਧਰ ਜਾਣਾ, ਪਾਪ ਕਰਮ ਛੱਡ ਦੇਣੇ ਆ ਵੀ ਚਲੋ ਹੁਣ ਤੀਰਥ 'ਤੇ ਨਹਾ ਲਿਆ ਅਤੇ ਹੁਣ ਅੱਗੇ ਤੋਂ ਨਾ ਝੂਠ ਬੋਲਣਾ, ਨਾ ਚੋਰੀ ਕਰਨੀ, ਨਾ ਯਾਰੀ ਕਰਨੀ। ਉਹਨਾਂ ਕਿਹੜਾ ਸੁਧਰ ਜਾਣਾ ਹੁੰਦਾ ਤੀਰਥਾਂ 'ਤੇ ਜਾ ਕੇ। ਹਾਥੀ ਦੇ ਨਹਾਉਣ ਵਾਂਗ ਹੈ ਉਹਨਾਂ ਦਾ ਤੀਰਥ 'ਤੇ ਇਸ਼ਨਾਨ ਵੀ। ਉਹ ਲੋਕ ਫਿਰ
ਜਿਹੜੇ ਹੈ ਪਾਪ ਕਰਮ ਕਰਨ ਲੱਗ ਪੈਂਦੇ ਹੈ, ਉਹ ਫਿਰ ਪਾਪ ਆਉਂਦੇ ਹੀ ਆਪਣੇ ਸਿਰ 'ਤੇ ਚੜ੍ਹਾ ਲੈਂਦੇ ਆ। ਜਿਵੇਂ ਹਾਥੀ ਨਹਾ ਕੇ ਬਾਹਰ ਨਿਕਲਦਾ ਦਰਿਆ 'ਚੋਂ, ਪਾਣੀ 'ਚੋਂ, ਫਿਰ ਸਰੀਰ ਦੇ ਉੱਤੇ ਖੇਹ ਪਾ ਲੈਂਦਾ ਹੈ। ਅਤੇ ਉਹ ਮਨ ਵਿੱਚ ਸੋਚਦੇ ਅਸੀਂ ਤੀਰਥਾਂ 'ਤੇ ਗਏ, ਤੀਰਥ 'ਤੇ ਨਹਾ ਲਿਆ, ਸਾਡੇ ਪਾਪ ਲਹਿ ਗਏ ਪਹਿਲੇ, ਦੁਬਾਰਾ ਆ ਕੇ ਫਿਰ ਸ਼ੁਰੂ ਕਰ ਦਿੰਦੇ ਆ, ਫਿਰ ਚਲੇ ਜਾਂਦੇ ਆ। ਇਸ ਤਰ੍ਹਾਂ ਥੋੜ੍ਹੀ ਹੁੰਦਾ ਹੈ। ਪ੍ਰਭਾਤੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਦੇ ਬਚਨ ਹਨ, ਪਾਪ ਕਰਹਿ ਪੰਚਾਂ ਕੇ ਬਸਰੇ। ਪੰਜਾਂ ਵਿਕਾਰਾਂ ਦੇ ਵਸੀਕਾਰ ਹੋ ਕੇ ਇਹ ਬੰਦਾ ਪਾਪ ਕਰਮ ਕਰਦਾ ਹੈ। ਪਾਪ ਕਰਹਿ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹਿ ਸਭ ਉਤਰੇ। ਅਤੇ ਪਾਪ ਕਰਦਾ ਰਿਹਾ, ਤੀਰਥ 'ਤੇ ਜਾ ਕੇ ਇਹਨੇ ਇਸ਼ਨਾਨ ਕੀਤਾ, ਫਿਰ ਕਹਿੰਦਾ ਵੀ ਮੇਰੇ ਪਾਪ ਲਹਿ ਗਏ ਹੁਣ। ਤੀਰਥ ਨਹਾਏ ਕਹਿ ਸਭ ਉਤਰੇ, ਬਹੁਰ ਕਮਾਵਹਿ ਹੋਏ ਨਿਸੰਕ, ਜਮਪੁਰ ਬਾਂਧ ਖਰੇ ਕਾਲੰਕ। ਅਤੇ ਫਿਰ ਨਿਸੰਕ ਹੋ ਕੇ, ਮਨ ਵਿੱਚ ਝਾਕ ਨਹੀਂ, ਸ਼ਰਮ ਨਹੀਂ ਮੰਨਦਾ, ਫਿਰ ਪਾਪ ਕਰਨ ਲੱਗ ਪੈਂਦਾ ਹੈ। ਸਾਹਿਬ ਕਹਿੰਦੇ ਇਹੋ ਜਿਹਾ ਬੰਦਾ ਜਮਾਂ ਦੀ ਪੁਰੀ ਵਿੱਚ ਹੀ ਬੰਨ੍ਹਿਆ ਜਾਵੇਗਾ। ਉਹ ਕਦੇ ਵੀ ਪ੍ਰਭੂ ਚਰਨਾਂ ਵਿੱਚ ਅਭੇਦ ਨਹੀਂ ਹੋ ਸਕਦਾ। ਵਾਹਿਗੁਰੂ ਦੀ ਹਜ਼ੂਰੀ ਉਸ ਨੂੰ ਕਦੇ ਵੀ ਨਹੀਂ ਮਿਲਦੀ। ਸੋ ਇਹ ਗਲਤ ਧਾਰਨਾ ਹੈ ਬੰਦੇ ਦੇ ਮਨ ਵਿੱਚ ਵੀ ਤੀਰਥਾਂ 'ਤੇ ਜਾ ਕੇ ਮੈਂ ਪਾਪ ਲਾਹ ਆਵਾਂ, ਅਤੇ ਬਾਅਦ 'ਚ ਫਿਰ ਸ਼ੁਰੂ ਕਰ ਦਿੰਦਾ ਪਾਪ ਕਰਨੇ। ਹਾਂ, ਜੇ ਕੋਈ ਤੀਰਥ 'ਤੇ ਜਾ ਕੇ ਇਸ਼ਨਾਨ ਕਰਕੇ ਤੋਬਾ ਕਰ ਲਵੇ ਵੀ ਮੈਂ ਕਦੇ ਪਾਪ ਨਹੀਂ ਕਰਨਾ, ਕੁਕਰਮ ਨਹੀਂ ਕਰਨਾ, ਫਿਰ ਤਾਂ ਫਾਇਦਾ ਹੋਇਆ ਨਾ ਜਾਣ ਦਾ। ਚਲੋ ਬੰਦਾ ਸੁਧਰ ਗਿਆ, ਚੋਰੀ ਛੱਡ ਦਿੱਤੀ, ਪਾਪ ਛੱਡ ਦਿੱਤੇ, ਕੁਕਰਮ ਛੱਡ ਦਿੱਤੇ, ਕਰਦਾ ਤਾਂ ਸਾਰਾ ਕੁਝ ਉਸੇ ਤਰ੍ਹਾਂ ਜੋ ਪਹਿਲਾਂ ਕਰਦਾ ਸੀ। ਸੋ ਭਾਈ ਗੁਰਦਾਸ ਜੀ ਕਹਿੰਦੇ ਤੀਰਥ 'ਤੇ ਨਹਾਉਣ ਵਾਲੇ ਦਾ ਹਾਲ ਹਾਥੀ ਦੇ ਇਸ਼ਨਾਨ ਵਰਗਾ ਹੈ। ਨਦੀ ਨ ਡੁੱਬੈ ਤੂੰਬੜੀ, ਤੀਰਥ ਵੇਸ ਨਿਵਾਰੈ ਨਾਹੀ। ਅਗਲਾ ਦ੍ਰਿਸ਼ਟਾਂਤ ਦਿੰਦੇ ਹੈ, ਕਹਿੰਦੇ ਜਿਹੜੀ ਤੂੰਬੜੀ ਹੈ ਨਾ, ਤੂੰਬੀ, ਕੱਦੂ ਦੀ ਸ਼ਕਲ ਦਾ ਇੱਕ ਫਲ ਹੁੰਦਾ, ਉਹ ਉਸੀ ਜਾਤੀ ਦਾ, ਬਹੁਤ ਕੌੜਾ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਨਦੀ ਵਿੱਚ ਡੁੱਬਦੀ ਨਹੀਂ। ਇਹਦਾ ਮਤਲਬ ਇਹ ਨਹੀਂ ਵੀ ਉਹਦਾ ਮਨ ਸਾਫ਼, ਉਹਦੀ ਅੰਦਰ ਦੀ ਕੁੜੱਤਣ ਦੂਰ ਹੋ ਗਈ ਹੈ। ਤੀਰਥ ਵਿਸ ਨਿਵਾਰੈ ਨਾਹੀ, ਜਿਹੜਾ ਤੀਰਥ ਹੈ ਉਹ ਤੂੰਬੀ ਦੀ ਅੰਦਰ ਦੀ ਕੁੜੱਤਣ ਨੂੰ ਦੂਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਬੰਦੇ ਤੀਰਥਾਂ 'ਤੇ ਨਹਾਉਣ ਜਾਂਦੇ ਹੈ, ਤੀਰਥ ਉਹਨਾਂ ਦੇ ਅੰਦਰ ਮਨ ਦੀ ਮੈਲ ਨੂੰ ਦੂਰ ਨਹੀਂ ਕਰ ਸਕਦਾ। ਮਨ ਦੀ ਮੈਲ ਦੂਰ ਕਰਨੀ ਹੈ ਪਰਮਾਤਮਾ ਦੇ ਨਾਮ ਨੇ। ਬਾਬਾ ਕਬੀਰ ਸਾਹਿਬ ਜੀ ਦਾ ਵਚਨ ਹੈ, ਲੌਕੀ 68 ਤੀਰਥ ਨਹਾਈ, ਕੌਰਾਪਨ ਤਊ ਨਾ ਜਾਈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੂੰਬੀ ਨੂੰ ਲੈ ਕੇ ਤੂੰ 68 ਤੀਰਥਾਂ 'ਤੇ ਚਲਿਆ ਜਾ, ਪਹਿਲੇ 'ਤੇ ਨਵਾ, ਦੂਜੇ 'ਤੇ, ਤੀਜੇ 'ਤੇ, ਚੌਥੇ 'ਤੇ। ਕਹਿੰਦੇ ਉਸ ਤੂੰਬੀ ਨੂੰ 68 ਤੀਰਥਾਂ 'ਤੇ ਇਸ਼ਨਾਨ ਕਰਵਾ ਲੈ, ਅਤੇ ਕੀ ਉਹਦੀ ਕੁੜੱਤਣ ਦੂਰ ਹੋ ਜਾਵੇਗੀ, ਉਹ ਮਿੱਠੀ ਹੋ ਜਾਏਗੀ? ਨਹੀਂ ਹੋਣੀ। ਬੰਦਾ ਭਾਵੇਂ 68 ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰ ਲਵੇ, ਜਦੋਂ ਤੱਕ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦਾ, ਇਹਦੇ ਮਨ ਵਿੱਚ, ਇਹਦੇ ਬੋਲਾਂ ਵਿੱਚ ਕਦੇ ਮਿਠਾਸ ਨਹੀਂ ਆ ਸਕਦੀ। ਸਾਹਿਬ ਨੇ ਵਾਰ-ਵਾਰ ਬਾਣੀ ਵਿੱਚ ਕਿਹਾ, ਪ੍ਰਭੂ ਦਾ ਨਾਮ ਇੰਨਾ ਮਿਠਾਸ ਭਰਿਆ ਹੈ, ਦੁਨੀਆ ਦਾ ਕੋਈ ਪਦਾਰਥ ਇਸ ਦੇ ਬਰਾਬਰ ਨਹੀਂ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਨਾਮ ਹਿਰਦੇ ਵਿੱਚ ਮਿਠਾਸ ਭਰ ਦਿੰਦਾ ਹੈ। ਜਿਹੜੀ ਰਸਨਾ ਪ੍ਰਭੂ ਦੇ ਨਾਮ ਨੂੰ ਜਪਦੀ ਹੈ, ਉਸ ਰਸਨਾ ਦੇ ਵਿੱਚ ਬਰਕਤਾਂ ਆ ਜਾਂਦੀਆਂ ਨੇ। ਫਿਰ ਐਸੀ ਵਾਹਿਗੁਰੂ ਦੀ ਕਲਾ ਵਰਤਦੀ ਹੈ। ਨਾਮ ਜਪਣ ਵਾਲੀ ਰਸਨਾ ਜਦੋਂ ਕੋਈ ਬੋਲ ਕਰ ਦਿੰਦੀ ਹੈ, ਉਹ ਲੋਕ ਪਰਲੋਕ ਵਿੱਚ ਸੱਚੇ ਹੁੰਦੇ ਨੇ। ਸਮਰੱਥਾ ਪ੍ਰਭੂ ਦੇ ਨਾਮ ਦੀ ਹੁੰਦੀ ਹੈ, ਕੋਈ ਵੀ ਜਪ ਸਕਦਾ ਹੈ। ਸੋ ਤੂੰਬੀ ਜਿਹੜੀ ਹੈ, ਉਹਦੇ ਅੰਦਰ ਦੀ ਕੁੜੱਤਣ ਨੂੰ ਤੀਰਥ ਨਹੀਂ ਦੂਰ ਕਰ ਸਕਦਾ।
ਮਨੁੱਖ ਦੇ ਮਨ ਵਿੱਚ ਜਿਹੜਾ ਜ਼ਹਿਰ ਭਰਿਆ ਹੋਇਆ ਨਾ, ਵਿਕਾਰਾਂ ਦਾ, ਈਰਖਾ ਦਾ, ਜਿੰਨਾ ਮਰਜ਼ੀ ਤੀਰਥਾਂ 'ਤੇ ਨਾ ਲਵੇ, ਨਹੀਂ ਦੂਰ ਹੁੰਦਾ। ਪੱਥਰ ਨੀਰ ਪਖਾਲੀਐ, ਚਿੱਤ ਕਠੋਰ ਨ ਭਿੱਜੈ ਕਾਹੀ। ਭਾਈ ਗੁਰਦਾਸ ਜੀ ਅਗਲਾ ਹੋਰ ਦ੍ਰਿਸ਼ਟਾਂਤ ਦਿੰਦੇ ਆ, ਕਹਿੰਦੇ ਜਿਹੜਾ ਪੱਥਰ ਹੈ ਨਾ, ਨੀਰ ਪਖਾਲੀਐ, ਪੱਥਰ ਨੂੰ ਪਾਣੀ ਨਾਲ ਕਿੰਨਾ ਹੀ ਪਖਾਲੀਐ, ਧੋ ਲਵੋ, ਪਾਣੀ ਵਿੱਚ ਕਿੰਨਾ ਨਵਾ ਲਵੋ, ਚਿੱਤ ਕਠੋਰ ਨਾ ਭਿੱਜੈ ਕਾਹੀ, ਉਹ ਕਠੋਰ ਹੈ, ਸਖਤ ਹੈ, ਉਹ ਕਦੇ ਮੁਲਾਇਮ ਨਹੀਂ ਹੋਵੇਗਾ। ਪੱਥਰ ਨੇ ਕਰੜੇ ਹੀ ਰਹਿਣਾ, ਉਹਦਾ ਕਠੋਰ ਚਿੱਤ ਕਦੇ ਭਿੱਜੇਗਾ ਨਹੀਂ। ਇਸੇ ਤਰ੍ਹਾਂ ਤੀਰਥ 'ਤੇ ਇਸ਼ਨਾਨ ਕਰਨ ਵਾਲਿਆਂ ਦਾ ਹਾਲ ਹੈ। ਜਿੰਨਾ ਮਰਜ਼ੀ ਉਹ ਤੀਰਥਾਂ 'ਤੇ ਨਹਾ ਲੈਣ, ਉਹਨਾਂ ਦਾ ਕਠੋਰ ਮਨ ਕਦੇ ਵੀ ਭਿੱਜੇਗਾ ਨਹੀਂ। ਕਠੋਰ ਮਨ ਕਦੇ ਵੀ ਉਹਨਾਂ ਦਾ ਦਰਵਦਾ ਨਹੀਂ ਹੈ। ਸੋ ਮਨਮੁਖਾਂ ਦਾ ਐਸਾ ਹਾਲ ਹੈ। ਪ੍ਰਭੂ ਦਾ ਨਾਮ ਜਪ ਕੇ ਹੀ ਮਨ ਜਿਹੜਾ ਹੈ ਉਹ ਭਿੱਜਦਾ ਹੈ। ਮਨਮੁਖ ਭਰਮ ਨ ਉਤਰੈ, ਭੰਬਲ ਭੂਸੇ ਖਾਏ ਪਵਾਹੀ। ਜਿਵੇਂ ਪੱਥਰ ਪਾਣੀ ਵਿੱਚ ਨਹੀਂ ਭਿੱਜਦਾ, ਇਸੇ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਮਨਮੁਖਾਂ ਦਾ ਕਠੋਰ ਚਿੱਤ ਭਿੱਜਦਾ ਨਹੀਂ ਹੈ। ਮਨਮੁਖ ਦੇ ਅੰਦਰੋਂ ਕਦੇ ਭਰਮ ਨਹੀਂ ਦੂਰ ਹੁੰਦਾ। ਭੰਬਲ ਭੂਸੇ ਖਾਏ ਪਵਾਹੀ, ਭੰਬਲ ਭੂਸੇ ਅਵਾਰਾਗਰਦੀ, ਐਵੇਂ ਹੀ ਪਾਉਂਦੇ ਫਿਰਨਾ ਇੱਧਰ ਉੱਧਰ। ਭਾਈ ਗੁਰਦਾਸ ਜੀ ਕਹਿੰਦੇ ਭੰਬਲ ਭੂਸੇ ਖਾਂਦੇ ਐ ਅਤੇ ਇੱਧਰ ਉੱਧਰ ਭਟਕਦੇ ਰਹਿੰਦੇ ਹੈ। ਗੁਰ ਪੂਰੇ ਵਿਣ ਪਾਰ ਨਾ ਪਾਹੀ, ਪੂਰੇ ਗੁਰੂ ਦੀ ਸ਼ਰਨ ਲੈ ਤੋਂ ਬਿਨਾਂ ਕਦੇ ਵੀ ਉਹ ਪਾਰ ਨਹੀਂ ਹੋ ਸਕਦੇ। ਸਮਰੱਥ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਉਹਨਾਂ ਦਾ ਸੰਸਾਰ ਤੋਂ ਪਾਰ ਉਤਾਰਾ ਹੁੰਦਾ ਹੈ। ਇਸ ਲਈ ਜੇ ਅਸੀਂ ਵੇਖਦੇ ਹਾਂ ਨਾ ਤੀਰਥਾਂ 'ਤੇ ਜਾਣ ਵਾਲਿਆਂ ਦਾ ਹਾਲ, ਮਹਾਰਾਜ ਬਾਣੀ ਵਿੱਚ ਕਹਿੰਦੇ ਹੈ, ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਤੀਰਥਾਂ 'ਤੇ ਜਾਣ ਵਾਲੇ ਹਉ ਹਉ ਮੈਂ ਹਉਮੈ ਕਰਦੇ ਰਹਿੰਦੇ ਹੈ। ਵਿਦਵਾਨ ਮਾਇਆ ਦੇ ਵਿੱਚ ਫਸੇ ਹੋਏ ਹੈ। ਨਾਮ ਕਿਸੇ ਨੇ ਵੀ ਜਪ ਕੇ ਆਪਣੇ ਮਨ ਨੂੰ ਸਾਧਿਆ ਨਹੀਂ ਹੋਏ। ਸੋ ਇਸ ਲਈ ਰੱਬ ਦਾ ਨਾਮ ਸੱਚਾ ਤੀਰਥ ਹੈ, ਸਤਿਗੁਰੂ ਸੱਚਾ ਤੀਰਥ ਹੈ। ਬਾਬਾ ਕਬੀਰ ਸਾਹਿਬ ਨੂੰ ਪੁੱਛੋ, ਨਾਵਨ ਕਉ ਤੀਰਥ ਘਨੇ ਮਨ ਬਉਰਾਰੇ, ਪੂਜਨ ਕਉ ਬਹੁ ਦੇਵ, ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ, ਛੂਟਨ ਹਰ ਕੀ ਸੇਵ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲਏ, ਇੱਦਾਂ ਛੁਟਕਾਰਾ ਨਹੀਂ ਹੋਣਾ। ਨਹਾਉਣ ਵਾਸਤੇ ਤੀਰਥ ਬਥੇਰੇ ਨੇ, ਪਰ ਛੁਟਕਾਰਾ ਪ੍ਰਭੂ ਦੀ ਸੇਵਾ ਕਰਕੇ, ਹਰੀ ਦਾ ਸਿਮਰਨ ਕਰਕੇ ਹੀ ਹੋਣਾ ਹੈ। ਸੋ ਇਸ ਲਈ ਗੁਰੂ ਸੱਚਾ ਸਭ ਤੋਂ ਵੱਡਾ ਤੀਰਥ ਹੈ। ਅਗਲੀ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਤਿਗੁਰੂ ਸੱਚਾ ਪਾਰਸ ਹੈ। ਇੱਕ ਪਾਰਸ ਉਹ ਹੈ ਜਿਹੜਾ ਬਾਹਰੋਂ ਪਹਾੜਾਂ ਦੇ ਵਿੱਚੋਂ ਇੱਕ ਪੱਥਰ ਦੀ ਵੱਟੀ ਹੁੰਦੀ ਹੈ, ਉਹ ਲੱਭਦੀ ਹੈ, ਕਿਤੇ ਖੋਜ ਕਰਦਿਆਂ ਕਰਦਿਆਂ ਕਿਸੇ ਇੱਕ ਅੱਧੇ ਨੂੰ ਮਿਲ ਜਾਂਦੀ ਹੈ, ਅਤੇ ਉਹ ਪਾਰਸ ਦੀ ਵੱਟੀ 8 ਧਾਤਾਂ ਨੂੰ ਸੋਨਾ ਬਣਾ ਦਿੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹਦੇ ਪਿੱਛੇ ਨਾ ਦੌੜੋ, ਗੁਰੂ ਹੀ ਸੱਚਾ ਪਾਰਸ ਹੈ, ਗੁਰੂ ਦੀ ਸ਼ਰਨ ਵਿੱਚ ਆਵੋ। ਸਤਿਗੁਰ ਪਾਰਸ ਪਰ ਹਰੈ, ਪੱਥਰ ਪਾਰਸ ਢੂੰਡਣ ਜਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਲੋਕ ਕੀ ਕਰਦੇ ਹੈ, ਸਤਿਗੁਰੂ ਪਾਰਸ ਨੂੰ ਛੱਡ ਕੇ ਅਤੇ ਪੱਥਰ ਦੇ ਪਾਰਸ ਨੂੰ ਲੱਭਣ ਵਾਸਤੇ ਪਹਾੜਾਂ ਵਿੱਚ ਜਾਂਦੇ ਹੈ ਕਿ ਸਾਨੂੰ ਪੱਥਰ ਦਾ ਪਾਰਸ ਮਿਲ ਜਾਏ ਅਤੇ ਅਸੀਂ 8 ਧਾਤਾਂ ਜਿਹੜੀਆਂ ਉਹਨਾਂ ਨੂੰ ਸੋਨਾ ਬਣਾ ਲਈਏ। ਪਰ ਜਿਸ ਗੁਰੂ ਨੇ ਜੀਵਨ ਸੋਨਾ ਬਣਾਉਣਾ ਹੈ, ਜਿਸ ਗੁਰੂ ਨੇ ਸਾਨੂੰ ਗੁਰਮੁਖ ਬਣਾ ਦੇਣਾ ਹੈ, ਉਸ ਗੁਰੂ ਪਾਰਸ ਨੂੰ ਛੱਡ ਦਿੰਦੇ ਹੈ। ਅਸ਼ਟ ਧਾਤ ਇੱਕ ਧਾਤ ਕਰ, ਲੁਕਦਾ ਫਿਰੈ ਨਾ ਪ੍ਰਗਟੀ ਆਏ। ਜਿਵੇਂ ਪਾਰਸ 8 ਧਾਤਾਂ ਨੂੰ ਸੋਨਾ ਕਰ ਦਿੰਦਾ ਏ, ਇਸੇ ਤਰ੍ਹਾਂ ਗੁਰੂ ਪਾਰਸ 8 ਧਾਤਾਂ ਕਿਹੜੀਆਂ ਨੇ, ਚਾਰੇ ਵਰਣ ਅਤੇ ਚਾਰੇ ਆਸ਼ਰਮ, ਇਹਨਾਂ 8 ਨੂੰ ਗੁਰੂ ਗੁਰਮੁਖ ਬਣਾ ਦਿੰਦਾ ਹੈ। ਇੱਕ ਧਾਤ
ਭਾਵ ਇੱਕ ਧਾਤ ਦਾ ਮਤਲਬ ਸਾਰਿਆਂ ਨੂੰ, ਭਾਵੇਂ ਬ੍ਰਾਹਮਣ ਹੈ, ਖੱਤਰੀ, ਵੈਸ਼, ਸ਼ੂਦਰ, ਕੋਈ ਵੀ ਹੈ। 4 ਆਸ਼ਰਮਾਂ ਦੇ ਵਿੱਚੋਂ ਬ੍ਰਹਮਚਰਜ, ਗ੍ਰਸਤੀ, ਬਾਨਪ੍ਰਸਤ, ਸੰਨਿਆਸੀ, ਜਿਹੜਾ ਮਰਜ਼ੀ ਹੈ, ਗੁਰੂ ਉਹਨਾਂ ਨੂੰ ਗੁਰਮੁਖ ਬਣਾ ਦਿੰਦਾ। ਸੋ 8 ਧਾਤਾਂ ਨੂੰ ਇੱਕ ਧਾਤ ਸੋਨਾ, ਭਾਵ ਗੁਰੂ ਉਹਨਾਂ ਨੂੰ ਗੁਰਮੁਖ ਬਣਾਉਂਦਾ ਹੈ। ਫਿਰ ਲੁਕਦਾ ਫਿਰੈ ਨਾ ਪ੍ਰਗਟੀ ਆਏ, ਅਤੇ ਇਹ ਪਾਰਸ ਐਸਾ ਹੈ, ਲੁਕਦਾ ਫਿਰਦਾ ਹੈ ਅਤੇ ਪ੍ਰਗਟ ਹੋ ਕੇ ਨਹੀਂ ਵਿਚਰਨਾ ਚਾਹੁੰਦਾ। ਭਾਵ ਇਹ ਹੈ ਵੀ ਗੁਰੂ ਮਨ ਵਿੱਚ ਇਹ ਨਹੀਂ ਚਾਹੁੰਦਾ ਵੀ ਦੁਨੀਆ 'ਤੇ ਸ਼ੋਭਾ ਹੋਵੇ, ਵਡਿਆਈ ਹੋਵੇ, ਲੋਕ ਵਡਿਆਈਆਂ ਕਰਨ। ਗੁਰੂ ਤਾਂ ਸ਼ਾਂਤ ਚਿੱਤ ਹੈ, ਇੱਕ ਥਾਂ 'ਤੇ ਟਿਕ ਕਰਕੇ ਬੈਠਾ ਹੋਇਆ ਹੈ। ਹਾਂ, ਸਿੱਖਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਗੁਰੂ ਪ੍ਰਗਟ ਜ਼ਰੂਰ ਹੋ ਜਾਂਦਾ ਹੈ। ਸੋ ਗੁਰਮੁਖ ਬਣਾਉਣ ਵਾਲਾ ਜਿਹੜਾ ਪਾਰਸ ਗੁਰੂ ਹੈ, ਇਹ ਛਿਪਦਾ ਫਿਰਦਾ ਹੈ, ਪ੍ਰਗਟ ਹੋ ਕੇ ਨਹੀਂ ਵਿਚਰਦਾ। ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਬਕਾਲੇ ਦੀ ਧਰਤੀ 'ਤੇ ਸਤਿਗੁਰੂ ਸ਼ਾਂਤ ਬੈਠੇ ਨੇ, ਇਕਾਂਤ ਵਿੱਚ ਬੰਦਗੀ ਕਰਦੇ ਆ ਭੋਰੇ ਵਿੱਚ, ਭਾਈ ਮੱਖਣ ਸ਼ਾਹ ਆ ਕੇ ਪ੍ਰਗਟ ਕਰਦਾ, ਬੇਨਤੀ ਕਰਦਾ, ਮਹਾਰਾਜ ਸੰਗਤਾਂ ਦਾ ਭਾਰ ਉਤਾਰਾ ਕਰੋ, ਅਤੇ ਸਤਿਗੁਰੂ ਫਿਰ ਪ੍ਰਗਟ ਹੋ ਜਾਂਦੇ ਹੈ। ਸੋ ਗੁਰੂ ਆਪਣੀ ਸ਼ੋਭਾ ਨਹੀਂ ਕਰਾਉਣਾ ਚਾਹੁੰਦਾ, ਐਸਾ ਗੁਰੂ ਪਾਰਸ ਹੈ। ਲੈ ਵਣਵਾਸ ਉਦਾਸ ਹੋਏ, ਮਾਇਆ ਧਾਰੀ ਭਰਮ ਭੁਲਾਏ। ਜਿਹੜਾ ਮਾਇਆ ਧਾਰੀ ਬੰਦਾ ਹੈ ਨਾ, ਉਹ ਭਰਮ ਵਿੱਚ ਭੁੱਲਾ ਹੋਇਆ, ਉਦਾਸ ਹੋ ਕੇ ਅਤੇ ਵਣਵਾਸ ਲੈ ਲੈਂਦਾ, ਭਾਵ ਜੰਗਲਾਂ ਵਿੱਚ ਭਟਕਦਾ ਫਿਰਦਾ ਰਹਿੰਦਾ ਹੈ। ਇਹ ਸੰਸਾਰ ਹੀ ਉਹਦੇ ਵਾਸਤੇ ਉਜਾੜ ਹੈ। ਉਹ ਗੁਰੂ ਪਾਰਸ ਦੀ ਸ਼ਰਨ ਵਿੱਚ ਆਉਂਦਾ ਹੀ ਨਹੀਂ ਹੈ। ਉਹ ਤਾਂ ਭੁੱਲਿਆ ਫਿਰਦਾ ਹੈ, ਉਹਨੂੰ ਇਹ ਵੀ ਨਹੀਂ ਪਤਾ ਮੈਂ ਕਿਸ ਵਾਸਤੇ ਸੰਸਾਰ ਵਿੱਚ ਆਇਆ ਹਾਂ, ਕੀ ਮੇਰਾ ਫਰਜ਼ ਬਣਦਾ ਕਰਨ ਦਾ। ਬਸ ਮਾਇਆ ਵਿੱਚ ਅੰਨਾ ਹੋਇਆ ਹੈ। ਹੱਥੀਂ ਕਾਲਖ ਛੁੱਥਿਆਂ, ਅੰਦਰ ਕਾਲਖ ਲੋਭ ਲੁਭਾਏ। ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਮਾਇਆ ਨੂੰ ਹੱਥਾਂ ਦੇ ਨਾਲ ਛੂਹਣ ਦੇ ਨਾਲ ਹੱਥ ਕਾਲੇ ਹੋ ਜਾਂਦੇ ਹੈ, ਅਤੇ ਬੰਦੇ ਦੇ ਅੰਦਰ ਲੋਭ ਲੁਭਾਇਆ, ਉਹਦਾ ਅੰਤःਕਰਨ ਜਿਹੜਾ ਨਾ ਕਾਲਾ ਹੋ ਜਾਂਦਾ ਹੈ। ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ, ਬਾਬਾ ਮੋਹਰੀ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਪੁੱਤਰ, ਇੱਕ ਵਾਰ ਮਨ ਵਿੱਚ ਖਿਆਲ ਆਇਆ, ਪਿਤਾ ਗੁਰੂ ਜੀ ਦੇ ਕੋਲ ਇੰਨੀਆਂ ਸੰਗਤਾਂ ਆਉਂਦੀਆਂ, ਇੰਨੇ ਚੜ੍ਹਾਵੇ ਚੜ੍ਹਾਉਂਦੀਆਂ, ਇੰਨੀ ਮਾਇਆ ਆਉਂਦੀ ਹੈ, ਕੋਈ ਅੰਤ ਨਹੀਂ, ਕਦੇ ਮੈਂ 1 ਲੱਖ ਰੁਪਈਆ ਗਿਣ ਕੇ ਨਹੀਂ ਵੇਖਿਆ। ਸਤਿਗੁਰੂ ਨੇ ਮਨ ਦੀ ਜਾਣ ਕੇ ਅਤੇ ਅਗਲੇ ਦਿਨ ਬਾਬਾ ਮੋਹਰੀ ਜੀ ਨੂੰ ਕਿਹਾ, ਜਿੰਨੀ ਮਾਇਆ ਆਈ ਹੈ ਸਾਰੀ ਗਿਣੋ। ਸਾਰਾ ਦਿਨ ਗਿਣਦੇ ਰਹੇ, ਸੰਗਤ ਵਿੱਚ ਵੀ ਨਾ ਆ ਸਕੇ, ਗੁਰੂ ਦੀ ਸੰਗਤ ਵੀ ਨਾ ਕਰ ਸਕੇ, ਉਸੇ ਵਿੱਚ ਹੀ ਰੁੱਝੇ ਰਹੇ। ਅਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਏ ਅਤੇ ਸਤਿਗੁਰੂ ਨੇ ਹੱਥਾਂ ਵੱਲ ਵੇਖਿਆ, ਮਹਾਰਾਜ ਕਹਿੰਦੇ, ਭਾਈ ਇਹ ਹੱਥ ਕਿਵੇਂ ਮੈਲੇ ਹੋਏ ਹੈ? ਸਤਿਗੁਰੂ, ਮੈਂ ਤਾਂ ਸਾਬਣ ਨਾਲ ਧੋ ਕੇ ਵੀ ਆਇਆ ਚੰਗੀ ਤਰ੍ਹਾਂ, ਤਾਂ ਵੀ ਪੂਰੀ ਮੈਲ ਲੱਥੀ ਨਹੀਂ। ਕੀ ਗੱਲ? ਮਹਾਰਾਜ ਮਾਇਆ ਗਿਣਦਾ ਰਿਹਾ ਅੱਜ। ਅਤੇ ਮਹਾਰਾਜ ਗੁਰੂ ਅਮਰਦਾਸ ਜੀ ਮੁਸਕਰਾ ਕੇ ਕਹਿੰਦੇ ਆ, ਪੁੱਤਰ ਮੋਹਰੀ ਜੀ, ਹੱਥਾਂ ਨਾਲ ਮਾਇਆ ਗਿਣੀ, ਹੱਥ ਮੈਲੇ ਹੋ ਗਏ। ਕੁਝ ਸਮਾਂ ਇਹ ਹੱਥ ਮਾਇਆ ਵਿੱਚ ਰਹੇ ਅਤੇ ਹੱਥ ਮੈਲੇ ਹੋਏ, ਅਤੇ ਦੱਸੋ ਜਿਸ ਬੰਦੇ ਦਾ ਮਨ ਸਦਾ ਹੀ ਮਾਇਆ 'ਚ ਰਹਿੰਦਾ, ਉਹਦੇ ਮਨ ਦਾ ਕੀ ਹਾਲ ਹੋਇਆ ਹੋਵੇਗਾ? ਉਹ ਤਾਂ ਬਹੁਤ ਮੈਲਾ ਹੋ ਗਿਆ ਹੋਣਾ। ਇਹ ਸਿੱਖਿਆ ਦੇਣੀ ਸੀ ਮਹਾਰਾਜ ਨੇ, ਸਮਝਾਉਣਾ ਸੀ ਗੁਰੂ ਅਮਰਦਾਸ ਜੀ ਨੇ। ਜਿਹਦਾ ਮਨ ਸਦਾ ਹੀ ਮਾਇਆ ਵਿੱਚ, ਲੋਭ ਵਿੱਚ ਲੁਭਾਏਮਾਨ ਰਹਿੰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ, ਅੰਦਰ ਕਾਲਖ ਲੋਭ ਲੁਭਾਏ, ਉਹਦੇ ਅੰਦਰ ਸਦਾ ਕਾਲਖ ਰਹਿੰਦੀ ਹੈ, ਉਹਦਾ ਮਨ ਕਾਲਾ ਹੋ ਜਾਂਦਾ। ਸੋ ਉਹਦਾ ਮਨ ਮੈਲਾ ਹੋ ਜਾਂਦਾ ਹੈ। ਰਾਜ ਡੰਡ ਤਿਸ ਪਕੜਿਆ, ਜਮਪੁਰ ਭੀ ਜਮ ਡੰਡ ਸਹਾਏ। ਅਤੇ ਇਹੋ ਜਿਹਾ ਜਿਹੜਾ ਲੋਭੀ ਬੰਦਾ ਹੈ, ਚੋਰੀ ਕਰਦਾ ਹੈ, ਧਨ ਚੁਰਾਉਂਦਾ ਹੈ, ਭਾਈ ਗੁਰਦਾਸ ਜੀ ਕਹਿੰਦੇ, ਜੇ ਉਹ ਫੜਿਆ ਜਾਵੇ ਨਾ, ਫਿਰ ਰਾਜ ਡੰਡ, ਫਿਰ ਰਾਜੇ ਦਾ ਉਹਨੂੰ ਡੰਡ ਸਜ਼ਾ ਮਿਲਦੀ ਹੈ, ਹਕੂਮਤ ਵੱਲੋਂ ਉਹਨੂੰ ਸਜ਼ਾ ਮਿਲਦੀ, ਤੂੰ ਚੋਰੀ ਕੀਤੀ ਹੈ। ਅੱਜ ਦੇ ਜ਼ਮਾਨੇ ਵਿੱਚ ਅਸੀਂ ਵੇਖਦੇ ਨਹੀਂ,
ਵੱਡੇ ਵੱਡੇ ਰਾਜਨੀਤਿਕ ਲੋਕ ਲੋਕਾਂ ਦੇ ਧਨ ਪੈਸੇ ਨੂੰ ਕਿਵੇਂ ਚੋਰੀ ਕਰਦੇ ਹੈ, ਅਤੇ ਜਦੋਂ ਕਿਤੇ ਉਹ ਫਸਦੇ ਹੈ ਫਿਰ ਦੰਡ ਤਾਂ ਮਿਲਦਾ ਹੀ ਹੈ, ਸਜ਼ਾਵਾਂ ਹੁੰਦੀਆਂ ਨੇ, ਸਾਰਾ ਕੁਝ ਹੁੰਦਾ ਹੈ। ਜੇ ਉਹ ਚੋਰ, ਉਹ ਲੋਭੀ ਬੰਦਾ ਭਾਈ ਗੁਰਦਾਸ ਜੀ ਕਹਿੰਦੇ ਫੜਿਆ ਜਾਵੇ, ਫਿਰ ਰਾਜੇ ਦਾ ਦੰਡ ਤਾਂ ਮਿਲਦਾ ਹੀ ਮਿਲਦਾ ਹੈ। ਜਮਪੁਰ ਭੀ ਜਮ ਦੰਡ ਸਹਾਏ, ਉਹ ਫਿਰ ਅੱਗੇ ਜਮਾਂ ਦੀ ਪੁਰੀ ਵਿੱਚ ਵੀ ਜਮਾਂ ਦਾ ਦੰਡ ਸਹਾਰਦਾ ਹੈ। ਇੱਥੇ ਤਾਂ ਸਜ਼ਾ ਮਿਲਣੀ, ਫਿਰ ਉੱਥੇ ਵੀ ਉਹਨਾਂ ਨੂੰ ਸਜ਼ਾ ਮਿਲਦੀ ਹੈ। ਮਨਮੁਖ ਜਨਮ ਆਕਾਰ ਥਾ, ਦੂਜੈ ਭਾਏ ਖੁਦਾਏ ਹਰਾਏ। ਮਨਮੁਖ ਬੰਦੇ ਦਾ ਜਨਮ ਵਿਅਰਥ ਚਲਿਆ ਜਾਂਦਾ ਹੈ, ਕਿਉਂਕਿ ਮਾਇਆ ਮਨਹੁ ਨ ਵੀਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਉਹ ਹਰ ਦਮ ਹਰ ਸਾਹ ਨਾਲ ਮਾਇਆ ਹੀ ਮੰਗਦਾ ਹੈ, ਮਨ ਦੇ ਨਾਲ ਕਦੀ ਰੱਬ ਨੂੰ ਚੇਤੇ ਨਹੀਂ ਕਰਦਾ, ਮਾਇਆ ਤੋਂ ਉਪਰਾਮ ਨਹੀਂ ਹੁੰਦਾ। ਸੋ ਮਨਮੁਖ ਦਾ ਜਨਮ ਵਿਅਰਥ ਚਲਿਆ ਜਾਂਦਾ ਹੈ। ਉਹ ਦਵੈਤ ਦੇ ਵਿੱਚ, ਦੁਬਿਧਾ ਵਿੱਚ ਪਿਆ ਹੋਇਆ, ਖੋਟੇ ਦਾਵਾਂ ਦੇ ਵਿੱਚ ਲੱਗਾ ਰਹਿੰਦਾ ਹੈ, ਜਿਸ ਕਰਕੇ ਉਹ ਆਪਣੇ ਅਮੋਲਕ ਜਨਮ ਨੂੰ ਹਰਾ ਲੈਂਦਾ ਹੈ। ਗੁਰ ਪੂਰੇ ਵਿਣ ਭਰਮ ਨਾ ਜਾਏ, ਪੂਰੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਪਏ ਤੋਂ ਬਗੈਰ ਬੰਦੇ ਦੇ ਮਨ ਦਾ ਭਰਮ ਕਦੇ ਨਹੀਂ ਦੂਰ ਹੁੰਦਾ। ਗੁਰੂ ਪਾਰਸ ਹੈ ਪਰ ਇਹਨੂੰ ਛੱਡ ਦਿੱਤਾ। ਸਾਹਿਬ ਦੀ ਬਾਣੀ ਦਾ ਬਚਨ ਹੈ, ਪਾਰਸ ਪਰਸਿਐ ਪਾਰਸ ਹੋਵੈ, ਸੱਚ ਰਹੇ ਲਿਵ ਲਾਏ, ਜਿਸ ਪੂਰਬ ਹੋਵੈ ਲਿਖਿਆ, ਤੇ ਸਤਿਗੁਰ ਮਿਲੈ ਪ੍ਰਭ ਆਏ। ਪਾਰਸ ਦੇ ਨਾਲ ਮਿਲ ਕੇ ਪਾਰਸ ਬਣ ਜਾਂਦਾ ਹੈ, ਗੁਰੂ ਦੇ ਵਿੱਚ ਅਭੇਦ ਹੋ ਜਾਂਦਾ, ਗੁਰੂ ਦੀ ਉਹਦੇ 'ਤੇ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ। ਸੋ ਇਸ ਲਈ ਗੁਰੂ ਪਾਰਸ ਦੀ ਸ਼ਰਨ ਵਿੱਚ ਪੈ ਕੇ ਹੀ ਜੀਵਨ ਦੀ ਕਲਿਆਣਤਾ ਹੁੰਦੀ ਹੈ। ਇਸ ਤੋਂ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਦੱਸਦੇ ਹੈ ਵੀ ਗੁਰੂ ਸੱਚਾ ਪਾਰ ਜਾਤ ਰੁੱਖ ਹੈ। ਸੁਰਤਰ ਜਿਹੜੇ ਨੇ ਨਾ, ਸੁਰਗ ਦੇ ਦੇਵਤਿਆਂ ਦੇ 5 ਬ੍ਰਿਸ਼ ਮੰਨੇ ਆ, ਜਿਹਦੇ ਵਿੱਚੋਂ ਇੱਕ ਪਾਰ ਜਾਤ ਹੈ, ਇੱਕ ਕਲਪ ਬ੍ਰਿਸ਼ ਹੈ, ਸੰਤਾਨ ਹੈ। ਇਸ ਤਰ੍ਹਾਂ ਪਾਰ ਜਾਤ ਗੁਰ ਛੱਡ ਕੇ, ਮੰਗਨ ਕਲਪ ਤਰੋਂ ਫਲ ਕੱਚੇ। ਭਾਈ ਗੁਰਦਾਸ ਜੀ ਕਹਿੰਦੇ ਹੈ ਗੁਰੂ ਸੱਚਾ ਪਾਰ ਜਾਤ ਹੈ। ਪਾਰ ਜਾਤ ਇੱਕ ਰੁੱਖ ਹੈ ਜਿਸ ਨੂੰ ਸਵਰਗ ਦੇ ਵਿੱਚ ਮੰਨਿਆ ਗਿਆ ਹੈ, ਅਤੇ ਪੁਰਾਣ ਇਹ ਗੱਲ ਕਹਿੰਦੇ ਹੈ ਵੀ ਇਹ ਪਾਰ ਜਾਤ ਸਵਰਗ ਦੇ 5 ਰੁੱਖਾਂ ਦੇ ਵਿੱਚੋਂ ਇੱਕ ਹੈ। ਔਰ ਜਦੋਂ ਕਹਿੰਦੇ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ, ਉਦੋਂ ਉਹਦੇ ਵਿੱਚੋਂ ਨਿਕਲਿਆ ਸੀ, ਇਹ ਇੰਦਰ ਨੂੰ ਦੇ ਦਿੱਤਾ ਸੀ। ਕ੍ਰਿਸ਼ਨ ਜੀ ਨੇ ਕਹਿੰਦੇ ਜਦੋਂ ਉਹਦੀ ਘਰਵਾਲੀ ਨੇ ਸਤਭਾਮਾ ਨੇ ਕਿਹਾ ਮੈਨੂੰ ਪਾਰ ਜਾਤ ਲਿਆ ਕੇ ਦੇ, ਉਹਨੇ ਮੰਗਿਆ ਇੰਦਰ ਕੋਲੋਂ, ਇੰਦਰ ਨੇ ਨਾ ਕਰ ਦਿੱਤੀ ਅਤੇ ਜੰਗ ਹੋਇਆ। ਕ੍ਰਿਸ਼ਨ ਨੇ ਇੰਦਰ ਨੂੰ ਹਰਾ ਕੇ ਉਹ ਪਾਰ ਜਾਤ ਘਰੇ ਲਿਆ ਕੇ ਦਿੱਤਾ, ਵਿਹੜੇ 'ਚ ਲਾ ਦਿੱਤਾ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਬਨ ਮਹਿ ਰੰਗ ਕੀਆ, ਆਸਾ ਦੀ ਵਾਰ 'ਚ ਅਸੀਂ ਪੜ੍ਹਦੇ ਹਾਂ। ਸੋ ਗੁਰੂ ਸੱਚਾ ਪਾਰ ਜਾਤ ਹੈ, ਅਤੇ ਸੱਚੇ ਪਾਰ ਜਾਤ ਗੁਰੂ ਨੂੰ ਛੱਡ ਕੇ ਮੰਗਨ ਕਲਪ ਤਰੋਂ ਫਲ ਕੱਚੇ, ਅਤੇ ਬਾਹਰ ਦਾ ਜਿਹੜਾ ਕਲਪਤਰ ਬ੍ਰਿਕਸ਼ ਹੈ ਨਾ, ਕਲਪ ਬ੍ਰਿਸ਼, ਉਹਦੇ ਕੋਲੋਂ ਦੁਨੀਆ ਦੇ ਲੋਕ ਕੱਚੇ ਫਲ ਮੰਗਦੇ ਹੈ। ਉਹ ਆਪ ਵੀ ਕੱਚੇ ਨੇ, ਮਨਮੁਖ ਨੇ। ਪਾਰ ਜਾਤ ਲਖ ਸੁਰਗ ਸਣ, ਆਵਾ ਗਵਨ ਭਵਨ ਵਿੱਚ ਪੱਚੇ। ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਲੱਖਾਂ ਪਾਰ ਜਾਤ ਸੁਰਗਾਂ ਦੇ ਸਮੇਤ ਆਉਣ ਜਾਣ ਦੇ ਚੱਕਰਾਂ ਦੇ ਵਿੱਚ ਪਏ ਹੋਏ ਹੈ। ਇਹ ਵੀ ਜੰਮਣ ਮਰਨ ਦੇ ਵਿੱਚ ਹਨ। ਇਹਨਾਂ ਦਾ ਆਪਣਾ ਜੰਮਣ ਮਰਨ ਨਹੀਂ ਮੁੱਕਿਆ, ਅਤੇ ਦੂਜਿਆਂ ਦਾ ਕਿੱਥੋਂ ਦੂਰ ਕਰ ਦੇਣਗੇ। ਮਰਦੇ ਕਰ ਕਰ ਕਾਮਨਾ, ਦਿੱਤ ਭੁਗਤ ਵਿੱਚ ਰਚ ਵਿਰਚੇ। ਅਤੇ ਜਿਹੜੇ ਕਾਮਨਾ ਕਰਨ ਵਾਲੇ ਲੋਕ ਹੈ, ਕਾਮਨਾ ਕਰਦੇ ਰਹਿੰਦੇ ਪਾਰ ਜਾਤ ਮਿਲ ਜਾਵੇ, ਫਲਾਣਾ ਫਲ ਮਿਲ ਜਾਵੇ। ਉਹ ਕਾਮਨਾ ਕਰਨ ਵਾਲੇ ਕਾਮਨਾ ਕਰ ਕਰਕੇ ਹੀ ਮਰ ਮੁੱਕ ਜਾਂਦੇ ਹੈ। ਦਿੱਤ ਭੁਗਤ ਵਿੱਚ ਰਚ ਵਿਰਚੇ, ਪਰਮਾਤਮਾ ਦੇ ਦਿੱਤੇ ਪਦਾਰਥਾਂ ਭੋਗਾਂ ਦੇ ਵਿੱਚ ਆਪ ਫਸਦੇ ਹੈ ਅਤੇ ਹੋਰਾਂ ਨੂੰ ਫਸਾਈ ਰੱਖਦੇ ਹੈ।
ਤਾਰੇ ਹੋਏ ਅਗਾਸ ਚੜ, ਓੜਕ ਟੁੱਟ ਟੁੱਟ ਥਾਨ ਹਲਚੇ। ਅਤੇ ਉਹਨਾਂ ਦੇ ਮਨ ਦੀ ਕਲਪਨਾ ਇਹ ਹੁੰਦੀ ਹੈ ਵੀ ਬਹੁਤ ਪੁੰਨ ਕਰਾਂਗੇ ਅਸੀਂ ਅਤੇ ਤਾਰਿਆਂ ਵਾਂਗ ਆਕਾਸ਼ ਵਿੱਚ ਚੜ੍ਹ ਜਾਵਾਂਗੇ, ਤਾਰੇ ਬਣ ਕੇ ਚਮਕਾਂਗੇ। ਅਤੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਤਾਰੇ ਤਾਂ ਨਿੱਤ ਟੁੱਟ ਟੁੱਟ ਕੇ ਹੇਠਾਂ ਡਿੱਗਦੇ ਹੈ। ਓੜਕ ਟੁੱਟ ਟੁੱਟ ਥਾਨ ਹਲਚੇ, ਉਹ ਹੇਠਾਂ ਥਾਂ ਨੂੰ ਡਿੱਗਦੇ ਹੈ ਤਾਰੇ। ਕਿਉਂਕਿ ਸਨਾਤਨ ਮਤ ਦਾ ਸਿਧਾਂਤ ਇਹ ਕਹਿੰਦਾ ਹੈ ਬੰਦਾ ਪਾਪ ਅਤੇ ਪੁੰਨ ਜਿਹੜਾ ਕਰਦਾ ਨਾ, ਕਹਿੰਦੇ ਪੁੰਨ ਕਰਦਾ ਹੈ ਅਤੇ ਪੁੰਨ ਕਰਨ ਵਾਲੇ ਨੂੰ ਸੁਰਗਾਂ ਦੇ ਵਿੱਚ ਥਾਂ ਮਿਲਦੀ ਹੈ। ਫਿਰ ਜਿਵੇਂ ਜਿਵੇਂ ਉਹਦੇ ਪੁੰਨ ਮੁੱਕਦੇ ਜਾਂਦੇ ਹੈ, ਅਖੀਰ ਸਾਰੇ ਪੁੰਨ ਮੁੱਕ ਜਾਂਦੇ ਹੈ, ਫਿਰ ਹੇਠਾਂ ਜਨਮ ਮਿਲਦਾ ਹੈ, ਜੰਮਣ ਮਰਨ ਦਾ ਚੱਕਰ ਫਿਰ ਸ਼ੁਰੂ ਹੋ ਜਾਂਦਾ ਹੈ। ਪਾਪ ਕਰਮ ਕਰਨ ਵਾਲਾ ਕਹਿੰਦੇ ਨਰਕਾਂ ਵਿੱਚ ਜਾਂਦਾ ਹੈ। ਪਰ ਜਿਹੜਾ ਗੁਰਮਤਿ ਦਾ ਸਤਿਗੁਰੂ ਦਾ ਸਿਧਾਂਤ ਹੈ, ਮਹਾਰਾਜ ਕਹਿੰਦੇ ਆ ਤੂੰ ਬੰਦਗੀ ਕਰਕੇ ਪ੍ਰਭੂ ਦੇ ਵਿੱਚ ਅਭੇਦ ਹੋਣਾ, ਤੂੰ ਸੁਰਗ ਅਤੇ ਨਰਕ ਤੋਂ ਕੀ ਕਰਾਉਣਾ ਹੈ। ਕਬੀਰ ਸੁਰਗ ਨਰਕ ਤੇ ਮੈਂ ਰਹੇ ਉਹ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ। ਇਹ ਗੁਰਮਤਿ ਦਾ ਸਿਧਾਂਤ ਹੈ। ਸੋ ਉਹਨਾਂ ਨੂੰ ਇਹ ਨਹੀਂ ਪਤਾ, ਕਹਿੰਦੇ ਜਿਹੜੇ ਵੀ ਤਾਰੇ ਬਣ ਕੇ ਆਕਾਸ਼ ਵਿੱਚ ਚੜ੍ਹਾਂਗੇ ਚਮਕਾਂਗੇ, ਵੀ ਤਾਰੇ ਤਾਂ ਨਿੱਤ ਟੁੱਟਦੇ ਹੈ। ਜਦੋਂ ਤੁਹਾਡੇ ਪੁੰਨ ਮੁੱਕ ਗਏ ਤੁਸੀਂ ਫਿਰ ਥੱਲੇ ਡਿੱਗਣਾ ਅਤੇ ਜੰਮਣ ਮਰਨ ਵਿੱਚ ਪੈਣਾ। ਫਿਰ ਕੀ ਹੋਣਾ? ਮਾਂ ਪਿਓ ਹੋਏ ਕੇਤੜੇ, ਕੇਤੜਿਆਂ ਦੇ ਹੋਏ ਬੱਚੇ। ਕਈਆਂ ਦੇ ਮਾਂ ਪਿਓ ਬਣਦੇ ਆ ਇੱਥੇ ਆ ਕੇ ਦੁਨੀਆ 'ਚ, ਅਤੇ ਕਈਆਂ ਦੇ ਬੱਚੇ ਬਣਦੇ ਆ ਉਹ ਆ ਕੇ। ਕਦੇ ਮਾਂ ਪਿਓ ਬਣ ਜਾਂਦੇ, ਕਦੇ ਬੱਚੇ ਬਣ ਜਾਂਦੇ, ਇਉਂ ਖੇਡ ਇਹ ਜੰਮਣ ਮਰਨ ਦੀ ਚੱਲਦੀ ਰਹਿੰਦੀ ਹੈ। ਪਾਪ ਪੁੰਨ ਬੀਓ ਬੀਜ ਦੇ, ਦੁੱਖ ਸੁੱਖ ਫਲ ਅੰਦਰ ਚਹਿ ਮੱਚੇ। ਪਾਪ ਅਤੇ ਪੁੰਨ ਦੇ ਬੀਜ ਬੀਜਦੇ ਹੈ ਅਤੇ ਫਿਰ ਪਾਪਾਂ ਦਾ ਫਲ ਦੁੱਖ ਮਿਲਦਾ ਹੈ, ਪੁੰਨਾਂ ਦਾ ਸੁੱਖ ਮਿਲਦਾ ਹੈ। ਇਹਦੇ ਵਿੱਚ ਹੀ ਉਹ ਚਾਹਨਾ ਕਰੀ ਰੱਖਦੇ ਹੈ ਅਤੇ ਚਹਿ ਮੱਚੇ ਖੁਸ਼ ਹੁੰਦੇ ਰਹਿੰਦੇ ਆ, ਖੁਸ਼ੀ ਕਰਦੇ ਆ ਵੀ ਪੁੰਨ ਕੀਤੇ ਹੈ, ਸੁੱਖ ਮਿਲ ਰਿਹਾ। ਪਰ ਜੰਮਣ ਮਰਨ ਨਹੀਂ ਨਾ ਕੱਟਿਆ ਗਿਆ। ਗੁਰ ਪੂਰੇ ਵਿਣ ਹਰ ਨਾ ਪਰਚੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਪੂਰੇ ਗੁਰੂ ਤੋਂ ਬਿਨਾਂ ਕਦੇ ਵੀ ਪ੍ਰਭੂ ਦੀ ਖੁਸ਼ੀ ਨਹੀਂ ਮਿਲਦੀ। ਜੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਪਵਾਂਗੇ ਫਿਰ ਹੀ ਪ੍ਰਭੂ ਪਰਮਾਤਮਾ ਦੀ ਪ੍ਰਸੰਨਤਾ ਮਿਲਣੀ ਹੈ। ਹਰੀ ਉਹਨਾਂ ਚਿਰ ਕਦੇ ਨਹੀਂ ਪਤੀਜਦਾ ਜਦੋਂ ਤੱਕ ਇਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਦੀ ਦਾਤ ਲੈ ਕੇ ਪ੍ਰਭੂ ਦਾ ਨਾਮ ਨਹੀਂ ਜਪਦਾ। ਇਸੇ ਲਈ ਸਾਹਿਬ ਦਾ ਬਚਨ ਅਸੀਂ ਪੜ੍ਹਦੇ ਹਾਂ, ਸੁਰਗ ਬਾਸ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨਹਿ ਨਾ ਕੀਜੈ ਆਸ। ਕਹਿੰਦੇ ਤੂੰ ਮਨ ਵਿੱਚ ਆਸ ਨਾ ਕਰ ਵੀ ਸੁਰਗ ਵਿੱਚ ਜਾਵਾਂਗਾ ਜਾਂ ਨਰਕਾਂ ਦਾ ਡਰ, ਇਹ ਕੱਢ ਦੇ ਮਨ ਵਿੱਚੋਂ। ਤੂੰ ਬੰਦਗੀ ਕਰ ਅਤੇ ਪ੍ਰਮਾਤਮਾ ਤੇਰੇ ਕਰਮਾਂ, ਤੇਰੀ ਬੰਦਗੀ ਦੇ ਅਨੁਸਾਰ ਤੈਨੂੰ ਯੋਗ ਥਾਂ ਦੇਵੇਗਾ। ਗੁਰੂ ਸੱਚਾ ਪਾਰਜਾਤ ਹੈ ਅਤੇ ਗੁਰੂ ਪਾਰਜਾਤ ਨੂੰ ਛੱਡ ਕੇ ਲੋਕ ਐਵੇਂ ਹੋਰ ਥਾਵਾਂ 'ਤੇ ਭਟਕਦੇ ਹੈ ਅਤੇ ਕਲਪਤ ਜਿਹੜੇ ਪਾਰਜਾਤ ਨੇ ਉਹਨਾਂ ਦੀ ਇੱਛਾ ਕਰਦੇ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮੱਤ ਬਖਸ਼ਣੀ। ਪਾਪ ਪੁੰਨ ਬੀਓ ਬੀਜ ਦੇ, ਦੁੱਖ ਸੁੱਖ ਫਲ ਅੰਦਰ ਚਹਿ ਮੱਚੇ। ਗੁਰ ਪੂਰੇ ਵਿਣ ਹਰ ਨਾ ਪਰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।